ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਪਹਿਲਾ ਮਰਨ ਕਬੂਲ ਜੀਵਨ ਕੀ ਛਡਿਆਸ। ਹੋ ਸਭਨਾ ਕੀ ਰੇਣੁਕਾ ਤਉ ਆਉ ਹਮਾਰੇ ਪਾਸ। ਜੁਗੋ ਜੁਗ ਅਟਲ ਭਗਤ ਵਸ਼ਲ ਕਿਰਪਾ ਨਿਧਾਨ। ਸ਼ਾਹੀ ਸ਼ਹਿਨਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਲਾਹੀ ਪਾਕ ਚਰਨਾਂ ਦੇ ਵਿੱਚ ਪਿਆਰ ਸਤਿਕਾਰ ਸਹਿਤ ਜੁੜ ਬੈਠ ਕੇ ਉਸ ਮਹਾਨ ਸਾਕੇ ਦੇ ਬਾਬਤ ਉਹਨਾਂ ਪਿਆਰੇ ਸਿੰਘਾਂ ਦੀ ਪਿਆਰੀ ਯਾਦ ਦੇ ਵਿੱਚ ਜੁੜ ਬੈਠ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਕ ਚਰਨਾਂ ਦਾ ਆਪ ਜੀ ਨਿੱਘਾ ਆਨੰਦ ਮਾਣ ਰਹੇ ਹੋ। ਅੱਜ ਦਾ ਉਹ ਮਹਾਨ ਦਿਨ ਹੈ ਜਦੋਂ ਵੱਡੇ ਘੱਲੂ ਘਾਰੇ ਦੇ ਵਿੱਚ ਤਕਰੀਬਨ 25-30 ਹਜ਼ਾਰ ਸਿੰਘਾਂ ਨੂੰ ਇੱਕ ਦਿਨ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਭਾਵੇਂ ਕਿ ਇਤਿਹਾਸਕ ਪੱਖ ਤੋਂ ਉਹ ਦਿਹਾੜਾ 5 ਫਰਵਰੀ ਨੂੰ ਆਉਂਦਾ ਹੈ, ਪਰ ਪੰਥ ਦੀ ਸੁਰ ਸਲਾਹ ਦੇ ਮੁਤਾਬਕ 8 ਫਰਵਰੀ ਨੂੰ ਅੱਜ ਦੇ ਦਿਨ ਉਹ ਇਤਿਹਾਸਕ ਦਿਹਾੜਾ ਹਰੇਕ ਜਗ੍ਹਾ ਤੇ ਮਨਾਇਆ ਜਾ ਰਿਹਾ ਹੈ। ਪਰ ਹਰੇਕ ਗੁਰੂ ਦਾ ਪਿਆਰਾ ਉਹਨਾਂ ਪਿਆਰਿਆਂ ਦੀ ਯਾਦ ਦੇ ਵਿੱਚ ਨਤਮਸਤਕ ਹੁੰਦਾ ਹੈ ਜਿਨ੍ਹਾਂ ਨੇ ਜ਼ੁਲਮ ਦੀ ਖਾਤਰ ਲੜਦਿਆਂ ਹੋਇਆਂ ਆਪਣੀ ਕੌਮ ਦੀ ਖਾਤਰ ਔਰ ਇੱਥੋਂ ਦੀ ਹਿੰਦੁਸਤਾਨ ਦੀ ਲਾਜ ਪੱਤ ਨੂੰ ਬਚਾਉਂਦਿਆਂ ਹੋਇਆਂ ਆਪਣੀ ਸ਼ਹਾਦਤ ਦਿੱਤੀ। ਪਰ ਲਹੂ ਦੇ ਉਸ ਮਹਾਸਾਗਰ ਦੇ ਵਿੱਚ ਉਹਨਾਂ ਪਿਆਰਿਆਂ ਨੇ ਤਾਰੀਆਂ ਲਾਈਆਂ। ਆਓ ਪਿਆਰ ਸਤਿਕਾਰ ਨਾਲ ਉਹਨਾਂ ਦੀ ਮਿੱਠੀ ਯਾਦ ਵਿੱਚ ਜੁੜੀਏ। ਉਸ ਤੋਂ ਪਹਿਲਾਂ ਜਿਤਨੇ ਜੁੜ ਬੈਠੇ ਹੋ, ਗੁਰੂ ਦਰਬਾਰ ਦੀ ਪਿਆਰੀ ਹਾਜ਼ਰੀ ਭਰ ਰਹੇ ਹੋ, ਜਾਂ ਆਪੋ ਆਪਣੇ ਘਰਾਂ ਦੇ ਵਿੱਚ ਗੁਰੂ ਦੇ ਪਿਆਰੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਗੁਰਸਿੱਖਾਂ ਦੀ ਯਾਦਾਂ ਉਹਨਾਂ ਦੀ ਦਾਸਤਾਨ ਸੁਣਨ ਵਾਸਤੇ ਬੈਠੇ ਨੇ, ਸਭੇ ਪਿਆਰ ਸਤਿਕਾਰ ਨਾਲ ਉੱਚੀ ਆਵਾਜ਼ ਦੇ ਵਿੱਚ ਗੁਰਫਤਿਹ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ 1469 ਈਸਵੀ ਨੂੰ ਇਸ ਹਿੰਦੁਸਤਾਨ ਦੀ ਧਰਤੀ ਤੇ ਗੁਰੂ ਪਾਤਸ਼ਾਹ ਮਹਾਰਾਜ ਪੈਦਾ ਹੋਏ ਨੇ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ਮਾਨ ਹੋਣ ਸੰਬੰਧੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਸੋ ਪ੍ਰਸਿੱਧ ਹੋਇਆ ਹੈ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਪੈਦਾ ਹੋਏ ਤੇ ਪੈਦਾ ਹੋਣ ਤੋਂ ਬਾਅਦ ਜਦੋਂ ਉਹਨਾਂ ਨੇ ਆਪਣੀਆਂ ਗੁਰਮਤਿ ਦੀਆਂ ਜੋ ਕਿਰਨਾਂ ਸਨ ਉਹਨਾਂ ਨੂੰ ਚਾਰੇ ਪਾਸੇ ਫੈਲਾਇਆ, ਉਹਨਾਂ ਦੀ ਵਿਚਾਰਾਂ ਦੀ ਰੌਸ਼ਨੀ ਚਾਰੇ ਪਾਸੇ ਹੋਈ ਤੇ ਹਿੰਦੁਸਤਾਨ ਦੀ ਇਸ ਧਰਤੀ ਤੇ ਜਾਂ ਹਿੰਦੁਸਤਾਨ ਦੀ ਧਰਤੀ ਤੋਂ ਬਾਹਰ ਜਿਤਨਾ ਵੀ ਹਨੇਰਾ ਫੈਲਿਆ ਹੋਇਆ ਸੀ ਸਾਰਾ ਦਾ ਸਾਰਾ ਖਤਮ ਹੋ ਗਿਆ। ਔਰ ਵਹਿਮਾਂ ਭਰਮਾਂ ਕਰਮ ਕਾਂਡਾਂ ਜਾਂ ਜ਼ੁਲਮ ਦੀ ਜਿਹੜੀ ਬੜੀ ਹੋਈ ਧੁੰਦ ਸੀ ਉਹ ਸਾਰੀ ਦੀ ਸਾਰੀ ਮੁੱਕ ਗਈ, ਸਾਰੀ ਦੀ ਸਾਰੀ ਖਤਮ ਹੋ ਗਈ।
ਭਾਈ ਗੁਰਦਾਸ ਸਾਹਿਬ ਜੀ ਨੇ ਕੇਵਲ ਇਸ਼ਾਰਾ ਕੀਤਾ ਹੈ। ਜਦੋਂ ਅਸੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਿਆਰਾ ਜੀਵਨ ਪੜ੍ਹਦੇ ਹਾਂ, ਮੈਂ ਕਿਉਂਕਿ ਵਿਚਾਰ ਸਾਰੀ ਜੋ ਵੱਡਾ ਘੱਲੂਘਾਰਾ ਵਾਪਰਿਆ, ਕਿਵੇਂ ਵਾਪਰਿਆ, ਉਹਦੇ ਪਿੱਛੇ ਕਿਹੜੀ ਸੋਚ ਕਾਇਮ ਕਰਦੀ ਸੀ, ਉੱਥੇ ਲਿਆ ਕੇ ਸਮਾਪਤ ਕਰਾਂਗਾ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਕਾਲ ਸਮੇਂ ਉਹ ਦਿਨ ਤਕਰੀਬਨ ਹਰੇਕ ਗੁਰਸਿੱਖ ਨੂੰ ਯਾਦ ਹੈ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਬਰ ਦੇ ਨਾਲ ਵਿਚਾਰ ਹੋਈ ਸੀ ਤੇ ਬਾਬਰ ਨੇ ਜਦੋਂ ਅਹਿਮਦਾਬਾਦ ਦੀ ਧਰਤੀ ਉੱਤੇ ਜਾਂ ਲਾਹੌਰ ਦੀ ਧਰਤੀ ਉੱਤੇ ਅਤਿਆਚਾਰ ਕੀਤਾ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਬਾਬਰ ਨੂੰ ਜ਼ਾਬਰ ਕਹਿੰਦਿਆਂ ਹੋਇਆ ਰੋਕਿਆ ਸੀ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੋ ਉਸ ਸਮੇਂ ਦੇ ਸਿੱਖ ਸ਼ਹੀਦ ਹੋਏ ਨੇ, ਭਾਈ ਤਾਰਾ ਜੀ ਔਰ ਭਾਈ ਪੋਪਟ ਜੀ, ਲਾਹੌਰ ਦੇ ਰਹਿਣ ਵਾਲੇ ਸਨ। ਜਦੋਂ ਬਾਬਰ ਲਾਹੌਰ ਦੀਆਂ ਗਲੀਆਂ ਬਾਜ਼ਾਰਾਂ ਨੂੰ ਅੱਗ ਲਾਉਂਦਾ ਹੋਇਆ ਜਾ ਰਿਹਾ ਸੀ, ਇੱਕ ਪਾਸੇ ਉਹਨਾਂ ਦੇ ਸਿਪਾਹੀ ਅੱਗ ਲਾ ਰਹੇ ਸਨ, ਅੱਗ ਲਾ ਕੇ ਲੋਕਾਂ ਦੇ ਘਰ-ਬਾਰ ਸਾੜ ਰਹੇ ਸਨ ਔਰ ਹੋਰ ਵੀ ਕਈ ਪ੍ਰਕਾਰ ਦੇ ਅਤਿਆਚਾਰ ਪਏ ਕਰਦੇ ਸਨ, ਤਾਂ ਉਸ ਸਮੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸਾਏ ਹੋਏ ਮਹਾਨ ਰਸਤੇ ਉੱਤੇ ਚੱਲਦਿਆਂ ਇਹ ਗੁਰੂ ਦੇ ਪਿਆਰੇ ਗੁਰਸਿੱਖ ਬਾਬਰ ਦੇ ਸਿਪਾਹੀਆਂ ਵੱਲੋਂ ਜਿਹੜੀ ਲਾਈ ਹੋਈ ਅੱਗ ਸੀ ਉਹਨੂੰ ਬੁਝਾ ਰਹੇ ਸਨ। ਬਾਬਰ ਦੀਆਂ ਫੌਜਾਂ ਨੂੰ ਗੁੱਸਾ ਚੜਿਆ, ਉਹਨਾਂ ਇਹਨਾਂ ਗੁਰੂ ਦੇ ਪਿਆਰਿਆਂ ਨੂੰ ਇੱਕ ਸਿੱਖ ਨੂੰ ਘੋੜੇ ਦੀਆਂ ਟਾਪਾਂ ਦੇ ਹੇਠਾਂ ਦੇ ਕੇ ਸ਼ਹੀਦ ਕਰ ਦਿੱਤਾ ਔਰ ਇੱਕ ਗੁਰਸਿੱਖ ਨੂੰ ਚੁੱਕ ਕੇ ਅੱਗ ਦੇ ਭਾਂਬੜ ਵਿੱਚ ਸੁੱਟ ਦਿੱਤਾ ਸੀ ਔਰ ਸ਼ਹਾਦਤ ਦਾ ਉਹ ਜਾਮ ਪੀ ਗਿਆ। ਇਤਿਹਾਸਕਾਰ ਲਿਖਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ, ਉਹਨਾਂ ਦੇ ਜੀਵਨ ਕਾਲ ਤੋਂ ਇਹ ਸ਼ਹਾਦਤਾਂ ਦਾ ਦੌਰ ਚੱਲਿਆ। ਇੱਕ ਹੋਰ ਮੈਂ ਬੇਨਤੀ ਕਰ ਲਵਾਂ, 1469 ਤੋਂ ਲੈ ਕੇ ਭਾਵ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਕਾਲ ਤੋਂ ਲੈ ਕੇ ਔਰ ਸਨ 2012 ਤੱਕ ਤਕਰੀਬਨ ਇੱਕ ਡਿਟੇਲ ਤਿਆਰ ਹੋਈ ਹੈ। ਜਿਵੇਂ ਹੋ ਸਕਦਾ ਹੈ ਆਪ ਕੁਝ ਗੁਰਮੁਖ ਪਿਆਰਿਆਂ ਨੂੰ ਉਹਦੇ ਬਾਬਤ ਪਤਾ ਹੋਵੇ, ਇੱਕ ਸੀਰੀਜ਼ ਤਿਆਰ ਕੀਤੀ ਗਈ ਤੇ ਤਕਰੀਬਨ ਇਹ ਵਿਚਾਰ ਹੋਈ ਕਿ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ 2012 ਤੱਕ 9 ਲੱਖ ਦੇ ਕਰੀਬ ਸਿੰਘ ਸ਼ਹੀਦ ਹੋ ਚੁੱਕੇ ਨੇ। ਉਹਨਾਂ ਦੇ ਥਾਂ ਟਿਕਾਣੇ, ਉਹਨਾਂ ਦੇ ਜਨਮ ਮਿਤੀ ਆਦਿ ਸਾਰਾ ਦਾ ਸਾਰਾ ਵਿਸਤਾਰ ਇੱਕ ਪੁਸਤਕ ਦੇ ਵਿੱਚ ਚੰਡੀਗੜ੍ਹ ਦੇ ਇੱਕ ਮਹਾਨ ਵਿਦਵਾਨ ਨੇ ਇਸ ਸਮੇਂ ਦੇ ਦਿੱਤਾ ਹੈ। ਹੋ ਸਕਦਾ ਹੈ ਆਉਣ ਵਾਲੇ ਸਮੇਂ ਤੱਕ, ਥੋੜੇ ਸਮੇਂ ਤੱਕ ਉਹ ਪੁਸਤਕ ਬਾਜ਼ਾਰ ਦੇ ਵਿੱਚ ਸਾਡੇ ਹੱਥਾਂ ਤੱਕ ਪਹੁੰਚ ਜਾਵੇ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਇਹ ਕੁਰਬਾਨੀਆਂ ਦਾ ਦੌਰ ਚੱਲਿਆ। ਹੌਲੀ ਇਸੇ ਦੇ ਤਹਿਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਈ ਪ੍ਰਕਾਰ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਗੁਰੂ ਅੰਗਦ ਦੇਵ ਮਹਾਰਾਜ ਨੂੰ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਹਦੇ ਤੋਂ ਬਾਅਦ ਵਿਚਾਰ ਆਉਂਦੀ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਦੋਂ ਅਸੀਂ ਜੀਵਨ ਕਾਲ ਨੂੰ ਉਹਨਾਂ ਦੇ ਨੂੰ ਪੜ੍ਹਦੇ ਹਾਂ ਤੇ ਇਨਸਾਨੀਅਤ ਨੂੰ ਬਚਾਉਂਦਿਆਂ ਹੋਇਆਂ ਜ਼ੁਲਮ ਦੇ ਖਿਲਾਫ ਲੜਦੇ ਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤਤੀ ਤਵੀ ਤੇ ਬੈਠੇ ਨੇ ਔਰ ਤਤੀ ਤਵੀ ਤੇ ਬੈਠ ਕੇ ਉਹਨਾਂ ਨੇ ਆਪਣੀ ਮਹਾਨ ਸ਼ਹਾਦਤ ਦਿੱਤੀ। ਉਹਦੇ ਤੋਂ ਬਾਅਦ ਧੰਨ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਜਾਂ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੂੰ ਜੰਗਾਂ ਜੁੱਧਾਂ ਲੜਨੀਆਂ ਪਈਆਂ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਸਮਾਂ ਆਇਆ ਜਿਨ੍ਹਾਂ ਨੂੰ ਚਾਂਦਨੀ ਚੌਕ ਦਿੱਲੀ ਦੇ ਵਿੱਚ ਆਪਣੀ ਸ਼ਹਾਦਤ ਦੇਣੀ ਪਈ। ਉਹਦੀ ਵਜ੍ਹਾ ਵੀ ਕੇਵਲ ਤੇ ਕੇਵਲ ਇਤਨੀ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਿਆਰਾ ਫੈਸਲਾ ਸੀ ਕਿ ਨਾ ਕਿਸੇ ਨੂੰ ਦਰਦ ਦਿਓ ਔਰ ਨਾ ਕਿਸੇ ਦਾ ਦਿੱਤਾ ਹੋਇਆ ਦਰਦ ਸਹਿਣ ਕਰੋ, ਭਾਵ ਨਾ ਜ਼ੁਲਮ ਕਰੋ ਤੇ ਨਾ ਕੋਈ ਕਿਸੇ ਦਾ ਕੀਤਾ ਹੋਇਆ ਜ਼ੁਲਮ ਆਪਣੇ ਪਿੰਡੇ ਤੇ ਸਹੋ। ਜ਼ੁਲਮ ਨੂੰ ਕਰਨ ਵਾਲਾ ਜਿੱਥੇ ਦੋਸ਼ੀ ਹੈ ਉੱਥੇ ਜ਼ੁਲਮ ਨੂੰ ਸਹਿਣ ਵਾਲਾ ਵੀ ਦੋਸ਼ੀ ਹੈ। ਹਿੰਦੁਸਤਾਨ ਦੀ ਪੱਕ ਇੱਜ਼ਤ ਢੱਕਦੇ ਆ 10 ਗੁਰੂ ਸਾਹਿਬਾਨ ਨੂੰ ਬੇਅੰਤ ਔਗਣਾਂ ਵਿੱਚੋਂ ਗੁਜ਼ਰਨਾ ਪਿਆ ਕਿਉਂਕਿ ਹਿੰਦੁਸਤਾਨ ਦੇ ਜਿਹੜੇ ਲੋਕ ਸਨ ਉਹਨਾਂ ਦੀ ਵਿਚਾਰਿਆਂ ਦੀ ਬਣ ਚੁੱਕੀ ਸੀ ਉਸ ਸਮੇਂ ਜਦੋਂ ਗੁਰੂ ਦੇ ਪਿਆਰਿਆਂ ਨੇ ਉਹਨਾਂ ਦਾ ਜੀਵਨ ਵੇਖਿਆ ਤੇ ਆਮ ਕਰਕੇ ਕਿਉਂਕਿ ਉਹ ਸਿੱਖਾਂ ਦਾ ਸਾਥ ਦਿਆ ਹੀ ਨਹੀਂ ਸੀ ਕਰਦੇ। ਹਿੰਦੁਸਤਾਨ ਦੇ ਜਿਹੜੇ ਵਸਨੀਕ ਸਨ ਸਗੋਂ ਸਿੱਖਾਂ ਦੇ ਖਿਲਾਫ ਜਿੱਥੋਂ ਤੱਕ ਹੋ ਸਕਦਾ ਸੀ ਰਿਪੋਰਟਾਂ ਕਰਦੇ ਸੀ, ਉਹਨਾਂ ਦੇ ਖਿਲਾਫ ਚੱਲਦੇ ਸੀ। ਉਹਨਾਂ ਦਾ ਸਿਧਾਂਤ ਬਣ ਚੁੱਕਾ ਸੀ ਕਾਮ ਹਮਾਰਾ ਤੋਲਣ ਤਕੜੀ ਨੰਗੀ ਕਰਦ ਕਾਬੂ ਨਹੀਂ ਪਕੜੀ चिड़ी उड़े डर से मर जाए इन लोगन से कैसे लड़ पाए। ਹੁਣ ਇਹਦੇ ਤੋਂ ਬਾਅਦ ਅਸੀਂ ਸਿੱਖ ਇਤਿਹਾਸ ਨੂੰ ਪੜ੍ਹਦੇ ਹਾਂ ਜਦੋਂ ਮੈਂ ਵਿਚਾਰ ਇਥੋਂ ਆਰੰਭ ਕਰਨੀ ਚਾਹਾਂਗਾ। ਪ੍ਰੋਫੈਸਰ ਪ੍ਰੀਤਮ ਸਿੰਘ ਨੇ ਇੱਕ ਗੱਲ ਲਿਖੀ ਬੜੀ ਕਮਾਲ ਦੀ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਹਿੰਦੁਸਤਾਨ ਦੀ ਧਰਤੀ ਤੇ ਸਿੰਘਾਂ ਦੇ ਸਿਰਾਂ ਦਾ 80 ਰੁਪਏ ਮੁੱਲ ਪੈਂਦਾ ਰਿਹਾ। ਜਿੱਥੇ ਸਿੱਖ ਮਿਲੇ ਉਹਨੂੰ ਵੱਢ ਦਿਓ, ਕਤਲ ਕਰ ਦਿਓ, ਆਦਿਕ ਵਿਚਾਰਧਾਰਾ ਕਾਇਮ ਹੋ ਚੁੱਕੀ।
और शाही फरमान जारी हो चुके सन। किसी की पग इज्जत जिहड़ी सी वो सुरक्षित नहीं सी। इतों तक श्री दरबार साहब जो साडा केंद्रीय स्थान है, दरबार साहब उत्ते शाही हुक्म के मुताबिक उत्ते फौज पटा दी गई और ये फरमान जारी कर दिए गए कि जिहड़ा बंदा भाव जिहड़ा भी कोई गुरु का प्यारा गुरसेख सिंह दरबार साहब की हदूद के अंदर बनता है उन्होंने उत्थे कतल कर दिओ, उत्थे ही खत्म कर दिओ। इतों तक इतिहासकार लिखते हैं कि परिक्रमा के अंदर उन्होंने सिपाहियों ने अपने स्थान बनाने उच्चे करके जिथे वो बैठ के निगरानी करते सी कि जदों भी कोई गुरु का सिंह दरबार साहब आता है उन्होंने उत्थे लाओ के शहीद करके रख दिओ। उन्होंने दिनों की गल है कि एक औरत गुरसिख औरत बीबी जिहदी गोद दे विच एक नन्हा जिहा प्यारा जिहा बच्चा है, बहुत छोटा जिहड़ा अजे चल भी नहीं सकता, बोल भी नहीं सकता, उन्होंने अपनी गोद दे विच लिया और बीबी श्री हरमंदर साहब नूं जिहड़ा रस्ता जांदा सी उहदे उत्ते पई है और तुरदी जा रही है। एक कोई गुरमुख प्यारा रस्ते दे विच टकरिया, गुरसिख नहीं सी, रब दा बंदा सी। उन्हें उस बीबी नूं आखिया, बीबा तू किधर जा रही है? वो कहती मैं श्री दरबार साहब जा रही हूं। वो कहता तेनों पता है दरबार साहब के अंदर जान वाला जिहड़ा बंदा है जां कोई भी गुरसिख बंदा है जिहड़ा श्रद्धा धार के इशनान करने वास्ते दर्शन करने वास्ते जाता है उसकी हालत की कीती जाती है? वो गुरसिख बीबी कहती हाँ मैं जानती हाँ कि उन्होंने उत्थे ला के कतल करके रख दिता जाता है। वो कहता फिर क्यों मौत नूं खुद आवाज़ां दे रही? जदों उन्हें लाख समझाउण की कोशिश की लेकिन वो गुरसिख बीबी मनण विच ना आवे ते उन्हें एक बेनती की, कहने लगा बीबा तू आप तो जा रही है, कम से कम अपने इस बच्चे उत्ते तां थोड़ा तरस खा। इस बच्चे ने तां अजे तक दुनिया ही विचारे ने चंगी तरह वेखी, इहनूं छड्ड जा, तेरा बच्चा तां जिंदा रहेगा। तां उस समय उन्हें एक गल कही सी, मेरे वीरा तू नहीं जानदा ਸਿੰਘਾਂ की जिंदगी ही मौत होंदी है। सिंह कदे मौत तो डरदे थोड़ी ने, दुनिया मौत तो डरती है, पर ਸਿੰਘਾਂ का तो हमेशा नारा ही ये रहा है कि जब से पता चला है मरने में ही जिंदगी है, सर पे कफन बांध कर कातिल को ढूंढते हैं। और कुर्बानी की जो मिसाल चलती है, विचार चलती है, ते लाला दौलत राय आर्या की एक गल मेरे अखां के सामने आ जाती जिहड़ी उन्हें लिखी। वो कहते मैं गुरु तेग बहादुर महाराजा जीवन पढ़िया हाँ, कहते मैं अज तक यह तो सुनिया बड़ी जगह से बहुत लोगों के कोलों सुनिया कि कातिल जिहड़ा है खुद कतल होने वाले के कोल जाता है, वो मारन वास्ते जाता है। पर इधर कितनी कमाल की गल आज तक ये तो सुना था कि कातिल मकतूल के पास जाए, मकतूल कहते हैं कतल होने वाले। वो कहता मगर ये नहीं था सुना कि मकतूल चलकर कातिल के पास जाए। वो कहते ये करके धन गुरु तेग बहादुर महाराज ने उल्टी गंगा बहा दी और धन गुरु तेग बहादुर महाराज ने प्यारे के गुरसिख भाव के वो बीबी कहती तेनों नहीं वीरा पता साडी ਸਿੰਘਾਂ ਦੀ ਤਾਂ असल दे विच मौत ही जिंदगी हुंदी है। असीं मौत तो डरदे नहीं हां, अपने गुरु के वास्ते असीं लाख वारी कुर्बान हो सकते हां। वो प्यारी गुरसिख बीबी हरमंदर साहब के दीदार करने वास्ते गई ते उत्थे उहदे बच्चे दे समेत उहनूं शहीद करके रख दिता गया। एक और एक घटना आप जी नाल साझी करां साका ननकाणा दी। जो साका ननकाणा इस समय 21 फरवरी ਨੂੰ ਆ ਰਿਹਾ ਹੈ। ਉਹਨਾਂ ਦਿਨਾਂ ਦੇ ਵਿੱਚ ਗੁਰੂ ਦੇ ਪਿਆਰੇ ਗੁਰਸਿੱਖ ਉਹਨਾਂ ਵਿੱਚੋਂ ਖਾਸ ਨਾਮ ਭਾਈ ਲਛਮਣ ਸਿੰਘ ਦਾ ਆਉਂਦਾ ਹੈ ਜਿਹਨੂੰ ਜੰਡ ਦੇ ਨਾਲ ਬੰਨ੍ਹ ਕੇ ਸ਼ਹੀਦ ਕਰ ਦਿੱਤਾ ਗਿਆ। ਹੋਰ ਵੀ ਗੁਰਮੁਖ ਪਿਆਰਿਆਂ ਦਾ ਹੁੰਦਾ ਹੈ। ਮੈਂ ਪੜ੍ਹਿਆ ਸੀ ਤੇ ਕੇਵਲ ਇੱਕ ਬਾਤ ਮੇਰੇ ਅੰਦਰ ਵਸੀ ਕਿ ਦੇਖੋ ਉਹ ਗੁਰਸਿੱਖ ਪਿਆਰੇ ਆਪਣੀ ਜਾਨਾਂ ਬਚਾ ਵੀ ਸਕਦੇ ਸਨ। ਜਦੋਂ ਉਹਨਾਂ ਦੇ ਜਥੇ ਨੂੰ ਪਤਾ ਲੱਗ ਗਿਆ, ਭਾਈ ਲਛਮਣ ਸਿੰਘ ਦੇ ਜਥੇ ਨੂੰ ਪਤਾ ਲੱਗ ਗਿਆ ਕਿ ਅੰਦਰ ਜਿਹੜਾ महंत है वो कई गुंडियां नाल लैके तेज हथियारां दे नाल साडे उत्ते हमला करन वास्ते बैठा। पर वो गुरु के प्यारिਆਂ ने एक ही गल कही असीं अरदास कर चुके हां ते असीं हुण रोक नहीं सकदे। वो श्री दरबार साहब के अंदर गए, शहादत उन्होंने किवें जाम कीता ये आने वाले दिनों के विच आप जी भाई साहब जी के कोलों सरवण भी करोगे। खैर गुरु के प्यारिਆਂ ने हर प्रकार गुरुद्वारियां की सेवा वास्ते चाहे जान देने की गल आई उत्थे भी दी, इंसानियत के वास्ते लड़न की गल आई उत्थे भी लड़ के उन्होंने महान अपन शहादतां दित्तियां। पंजा साहब के साके की गल आउंदी है जो गुरु के बाग के मोर्चे के विच जिहड़े सिंह पकड़ ले गए सन अंग्रेज हुकूमत के वल्लों, उन्हां ਸਿੰਘਾਂ नूं कई दिन भुखे भाणियां नूं
रेल गड्डी दे विच कैद करके किसी दूर इलाके दे विच लिजाया जा रहा सी। जदों रस्ते दे विच पंजा साहिब जिहड़ा स्टेशन है उत्थे गुरु दीआं प्यारियां संगतां ने विचार कीती कि जे असीं गड्डी नूं रोक के उन्हां ਸਿੰਘਾਂ नूं प्रशादा पानी छकावांगे ते उन्हां नूं बाद विच अगां असीं तोर देवांगे। उन्हां ने मास्टर दे नाल गल कीती जो उत्थे मौजूद सी कि तुसीं लाल झंडी दिखा के ट्रेन नूं रोक दिओ ताकि ट्रेन रुक जाए ते असीं ਸਿੰਘਾਂ नूं प्रशादा पानी छका के सेवा कर सकीए, बस आही साडा मकसद है। उन्हें कहता मैं ऐसा नहीं कर सकता क्योंकि अंग्रेजी हुकूमत का मैनू हुक्म है कि यह ट्रेन किते भी रुकनी। वो कहते फिर ठीक है, जो तू नहीं रुकनी असीं अपने आप रोक लवांगे। उन्हां ਸਿੰਘਾਂ ने उत्थे प्रशादा तैयार किया। जदों ट्रेन कूका मारती हुई आ रही है, वो गुरसिख प्यारे जिन्हां विचों सरदार करम सिंह का नाम आउंदा है, एक होर गुरसिख का नाम आउंदा है, उन्हां गुरसिख प्यारे ने अगाह होके क्योंकि सारी पटड़ी उत्ते सिख संगतां बैठ गईयां सन ते उन्हां दे विचों जिहड़ी घटना आप जी नाल मैं साझी कर लगा, एक बीबी सी जिहदा छोटा जिहा बच्चा सी। शायद आप जी गौर करो किसी समय आप जी को फोटो वेखण वास्ते साके ओदी पंजा साहिब जी मिले ते ट्रेन आ रही है, संगतां बैठियां ने ते संगतां दे विच एक बीबी बैठी है, नाल ओदा छोटा जिहा बच्चा भी बैठा होया। इतिहासकार लिखदे ने कि वो छोटा जिहा बच्चा उस बीबी का बच्चा ਉਹਦੇ ਬਾਪ ਦੇ ਇੱਕ ਸਿੰਘ ਨੇ ਆਖਿਆ ਕਿ ਬੀਬਾ ਤੂੰ ਸ਼ਹੀਦ ਹੋਣ ਲੱਗੀ ਹੈ ਠੀਕ ਹੈ, ਲੇਕਿਨ ਆਪਣੇ ਬੱਚੇ ਨੂੰ ਬਾਹਰ ਕੱਢ ਦੇ ਤਾਂ ਕਿ ਤੇਰੇ ਬੱਚੇ ਦੀ ਜਾਨ ਜਿਹੜੀ ਉਹ ਬਚ ਸਕੇ। ਉਸ ਬੀਬੀ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ, ਉਹਨੇ ਆਪਣੇ ਬੱਚੇ ਨੂੰ ਚੱਕਿਆ ਤੇ ਪਟੜੀ ਤੋਂ ਇੱਕ ਸਾਈਡ ਤੇ ਰੱਖ ਆਈ ਤਾਂ ਕਿ ਮੇਰਾ ਬੱਚਾ ਬਚ ਜਾਵੇ। ਜਦੋਂ ਫਿਰ ਆ ਕੇ ਬੈਠ ਗਈ ਫਿਰ ਵਿਚਾਰ ਮਨ ਵਿੱਚ ਪਤਾ ਨਹੀਂ ਕੀ ਆਏ, ਫਿਰ ਦੌੜੀ ਦੌੜੀ ਗਈ ਉਧਰੋਂ ਟ੍ਰੇਨ ਆ ਰਹੀ ਹੈ, ਸ਼ਹੀਦੀਆਂ ਪੈਣ ਵਾਲੀਆਂ ਨੇ। वो बीबी भजी भजी गई अपने बच्चे को गोद में लिया ते दोबारा फिर पटरी ते आके बैठ गई। वो जिहड़ा सिंह सी उन्हें फिर आख्या बीबा तेनू की होया, पहला तां बच्चा बाहर छड्ड आई सैं, हुण बच्चे नूं दोबारा क्यों अपनी गोद में बिठा लिता है? ते उस समय उस बीबी ने जवाब दिता सी मेरेया वीरा इस करके दोबारा अपने बच्चे नूं लैके आई हां कि मैं शहादत दा जाम पी के कलगियां वाले दे पाक चरणां दे विच परवान चढ़ जाना है, किते ऐसा ना होवे कि मेरा बच्चा बच जावे, बचन तो बाद मेरा बच्चा नशेही हो जावे, पतत हो जावे, गुरु के दरबार तो टुट जावे, भैड़े कुकर्मां दे वाले जुड़ जावे, मेरा बच्चा गुरु के दरबार तो बेगुफ हो जावे ते फिर ओदा वाली वारस कौन होवेगा? मैं चाहुंदी हां कि अज एक वधिया मौका मिले है ते मेरे नाल नाल मेरा बच्चा भी कलगियां वाले दे पाक चरणां विच परवान चढ़ जावे। उत्थे उस बीबी ने जिथे शहादत दा जाम पीता ते बच्चे ने भी शहादत दा जाम पीता। खैर बेअंत घटनावां क्योंकि यह तां पुरातन ने, इस समय की वर्तमान समय की एक घटना जितों दास कोर्स करके आया सिख मिशनरी कॉलेज आनंदपुर साहिब, उत्थे साडे संगीत के जो उस्ताद सन उन्हां दा नाम सी भाई साहब भाई सुमित्र सिंह जी। इन्हां ने किसी समय श्री दरबार साहिब विखे 20 साल लगातार हजूरी रागी की इन्होंने ड्यूटी की है। इस समय वो अकाल चलाना कर गए हैं। उन्होंने एक घटना सुनाई, कहते असीं कीर्तन करने वास्ते कादियां गए, मैं घूम के दोबारा बड़े घलू घरे वाल आवांगा। कहते असीं कादियां कीर्तन करने वास्ते गए जिथे कि मुसलमानों की बड़ी वड्डी गिनती है अज भी। उत्थे कीर्तन करके जदों असीं गड्डी विच बैठ के वापस आ रहे सां ते फाटक लगा होया सी ते साडी गड्डी भी उत्थे रुक गई। कोई कॉलेज सी ते कॉलेज विचों जिहड़े लड़के सन जदों छुट्टी होई बाहर आए ते काफी नौजवानों के विच जिन्हां के हिंदू भी सन मुसलमान भी सन, उन्हां च एक गुरसिख सी जिन्हें सिर ते दस्तार बधी हुई सी। वो गुरु का प्यारा हासे मजाक ठट्ठे करता होया अपने यारां दोस्तां दे नाल साडी गड्डी दे कोल आके खड़ा हो गया। भाई सुमित्र सिंह जी कहते ने रियली गड्डी सामने आ रही है कूका मारती हुई, उस सिख नौजवान को एक नौजवान ने मखौल कर दिता, कहने लगा असीं सुनिया है कि तुसीं सरदार ट्रेनां रोक देंदे हो। मैं एक जगह ते घटना सुनाई, एक सरदार वीर उठ के खड़ा हो गया, वो कहने लगा भाई साहब तुहाडा की मतलब है कि कोई सानू मखौल करे ते असीं अपनी जान दे दईए? मतलब ही नहीं हुंदा ते ना ही रोज रोज ऐसियां घटनावां वापरदियां ने। ਇਹ ਕਦੇ ਕਦਾਈ ਖੂਨ ਦਾ ਉਛਾਲਾ ਉਬਾਲਾ ਹੁੰਦਾ ਹੈ ਤੇ ਆਪਣੀ ਜ਼ਮੀਰ ਦੀ ਆਵਾਜ਼ ਹੁੰਦੀ ਹੈ ਜੋ ਕਦੇ ਕਦਾਈ ਬੰਦੇ ਨੂੰ ਸੁਣਨ ਵਾਸਤੇ ਮਿਲਦੀ ਹੈ ਤੇ ਬੰਦਾ ਇਗਨੋਰ ਤਕਰੀਬਨ ਕਰ ਦਿੰਦਾ ਹੈ। ਉਹ ਕਹਿੰਦੇ ਨੇ ਉਸ ਸਮੇਂ ਨੌਜਵਾਨ ਨੇ ਆਖਿਆ ਸੀ ਸੁਣਿਆ ਤੁਸੀਂ ਸਰਦਾਰ ਟ੍ਰੇਨਾਂ ਰੋਕਦੇ ਨੇ, ਗੱਡੀਆਂ ਰੋਕਦੇ ਨੇ।
ਉਹ ਸਿੱਖ ਨੇ ਮੁੱਛ ਤੇ ਤਾਓ ਦਿੱਤਾ, ਕਹਿਣ ਲੱਗਾ ਹਾਂ ਅਸੀਂ ਟ੍ਰੇਨਾਂ ਰੋਕੀਆਂ ਨੇ, ਰੋਕ ਵੀ ਦਿੰਦੇ ਆ। ਉਹ ਕਹਿੰਦੇ ਜਿਹੜਾ ਟ੍ਰੇਨ ਆ ਰਹੀ ਆ ਚ ਰੋਕ ਕੇ ਦਿਖਾ, ਅਸੀਂ ਤਾਂ ਮੰਨਾਂਗੇ, ਨਹੀਂ ਤਾਂ ਅਸੀਂ ਨਹੀਂ ਮੰਨਦੇ ਤੇਰਾ ਇਤਿਹਾਸ। ਅਸੀਂ ਸਮਝਾਂਗੇ ਐਵੇਂ ਬਸ ਖਿਆਲੀ ਗੱਲਾਂ ਨੇ, ਐਵੇਂ ਕਿਤਾਬਾਂ ਭਰ ਦਿੱਤੀਆਂ ਨੇ, ਕੋਈ ਮਾਇਨਾ ਨਹੀਂ ਰੱਖਦਾ, ਤੁਸੀਂ ਰੋਕ ਕੇ ਦਿਖਾਓ ਫਿਰ ਅਸੀਂ ਮੰਨਾਂਗੇ। ਉਹ ਕਹਿੰਦੇ ਉਸ ਨੌਜਵਾਨ ਨੇ, ਭਾਈ ਸੁਲੱਤਰ ਸਿੰਘ ਜੀ ਕਹਿੰਦੇ ਨੇ, ਉਸ ਨੌਜਵਾਨ ਨੇ ਆਪਣਾ ਜੋ ਬੈਗ ਸੀ ਉਹ ਲਾ ਕੇ ਉਹਨਾਂ ਨੂੰ ਫੜਾਇਆ ਤੇ ਭੱਜਾ ਹੋਇਆ ਪਟੜੀ ਦੇ ਉੱਤੇ ਜਾ ਕੇ ਖਲੋ ਗਿਆ ਤੇ ਉਹਨੇ ਬਾਹਾਂ ਇਹਨਾਂ ਖਿਲਾਰ ਲਈਆਂ, ਦੋਨੋਂ ਬਾਹਾਂ ਖਿਲਾਰ ਕੇ ਉਹ ਨੌਜਵਾਨ ਅੱਖਾਂ ਬੰਦ ਕੇ ਖੜਾ ਹੋ ਗਿਆ। ਟ੍ਰੇਨ ਜਿਹੜੀ ਹੈ ਫੂਕਾਂ ਮਾਰਦੀ ਹੋਈ ਆ ਰਹੀ ਹੈ। ਡਰਾਈਵਰ ਨੇ ਵੇਖਿਆ ਕੋਈ ਨੌਜਵਾਨ ਖੜਾ ਹੈ, ਉਹਨੇ ਬਥੇਰੇ ਹੌਰਨ ਮਾਰੇ, ਲੇਕਿਨ ਉਹ ਨੌਜਵਾਨ ਉਸ ਟ੍ਰੇਨ ਦੀ ਪਟੜੀ ਤੋਂ ਨਹੀਂ ਪਾਸੇ ਹਟਿਆ। ਆਖਰਕਾਰ ਉਸ ਨੌਜਵਾਨ ਦੀ ਛਾਤੀ ਦੇ ਕੋਲ ਆ ਕੇ ਉਹ ਟ੍ਰੇਨ रुक गई। उस ट्रेन का जो ड्राइवर सी गुरसिख सी, वो ट्रेन का ड्राइवर जो बाहर निकलिया लाल पीला होया, पटक कर दी ठा कर दी उन्हें चपेड़ उस नौजवान के मुंह से मारी। वो कहते तेरा दिमाग खराब हो गया, जे मरना है ते जा तू खाके विच पै के मर, मेरे सिर कानू चढ़ लगा। जो ने गल कही ते नौजवान ने हाथ जोड़ दिते ते नैना दे विच ओदे नीर आ गया। नौजवान कहने लगा सरदार जी ए मेरे वीर जी मैनू मरन का चाह नहीं है, ना मैं मरना ही चाहता, ये तो जीवन कदे कदाई मिलता है, इनू मैं अजाई नहीं गवाना चाहता हाँ, पर जे अज मैं मरन वास्ते तैयार ना होंदा ते अज तो बाद साडा इतिहास मर जाना सी। वो नौजवान को कहने लगा ये किहड़ी गल कर रहे हैं। उन्हें गल दसी, वो कहंदा मैनू इन्हां नौजवानां ने मखौल करदे होया जां सीरीयस रूप दे विच गल कही है कि असीं तां मन्नांगे कि तुसीं ट्रेनां रोक देंदे हो जां तुहाडे ਸਿੰਘਾਂ ने कई प्रकार दीयां शहादतां कीतीआं जे अज ट्रेन रोक के दिखावे। वो कहंदे जे मैं ट्रेन रोकण वास्ते इत्थे ना अज खड़दा ते मेरा सारा इतिहास मर जाना सी, मैं मर जांदा कि मर जांदा, मेरा इतिहास कदे ना मरदा। वो गुरसिख प्यारे ने उस ड्राइवर ने घुट के सीने दे नाल उस नौजवान नूं ला लिया ते उस समय उस नौजवान की तड़ी के उत्ते 500 रुपया कढ के उन्हें प्यार नाल आखिया नौजवाना तेरे वर्गे नौजवान गुरसिख प्यारियां दी अज साडी कौम नूं जरूरत है, जिन्हां दी ज़मीर जागदी होवे, जिहड़ी अपनी अणख नूं कायम रख सकदे होण, भले ओही किसी नवे समाज की सिरजना कर सकते हैं जिहड़े आप खुद मरी हुई जमीन के मालक होण, जिन्हां दी खुद मरी हुई अणख होवे। वो याद रखो जिथे अपने आप नूं डोबदे ने उसे नाल दी नाल कौमां दा भी सत्यानाश कर देंदे ने। इकबाल जी ने एक बड़ी गल प्यारी लिखी, वो कहते जदों बंदा गुलाम हो जाता है, गुलामी की हालत दे विच ना तकदीर काम आउंदी है ते ना तबदीर काम आउंदी है। तदबीर का मतलब होंदा तरीके ते ना तदबीरां काम आउंदियां ने ना तकदीरां काम आउंदियां ने। भाव जिहड़ा बंदा गुलाम हो गया वो आप भी डुब गया ते जिथे आप डुबिया पता नहीं किन्ने होर लोकां नूं वो डुब दिंदा है, खत्म कर दिंदा है। कौमां डुब जांदियां ने। भलिओ मैं बेनती करां ऐसे ही महान दास्तान दे नाल अज आप जी दे नाल मैं विचार करां। सिख इतिहास दे विच 3 घल्लूघारियां दा जिक्र हुंदा है। संखेप रूप दे विच बेनती करांगा। 1 जुलाई सन 1746 नूं छोटा घल्लूघारा वापरिया। 2 भरा सन लखपत राय ते जसपत राय। जसपत राय अपनियां कर्म करतूतां दे कारण एक गुरसिख प्यारे दे हथों मर गया सी, ओदा सिर वड़ के रख दिता गया सी क्योंकि वो सिंघां दे पिछे पिया सी। एक दोनों भरा जसपत राय ते लखपत राय खतरी सन और सिंघां दे पिछे पए सन। पता नहीं बेअंत सिंघां नूं इन्हां ने मौत दे घाट उतार दिता। आखिरकार एक सिंह शायद हजिया सिंह ओदा नाम सी, उस प्यारे ने जसपत राय दा जो कि हाथी ते सवार सी, ओदे हाथी दे उत्ते चढ़ के ओदा जिहड़ा सिर सी ओदे धाड़ नालों अलग कर दिता सी और भुआ के थल्ले मारिया सी। जदों वो मर गया ਉਹਦੇ ਤੋਂ ਬਾਅਦ ਉਹਦਾ ਭਰਾ ਲਖਪਤ ਰਾਏ ਯਹੀਆ ਖਾਨ ਦੇ ਕੋਲ ਗਿਆ, ਨੇ ਆਪਣੀ ਪੱਗ ਲਾ ਦਿੱਤੀ ਤੇ ਪੱਗ ਲਾ ਕੇ ਯਹੀਆ ਖਾਨ ਦੇ ਚਰਨਾਂ ਵਿੱਚ ਰੱਖੀ। ਕਹਿਣ ਲੱਗਾ ਯਹੀਆ ਖਾਨ ਨੂੰ ਨਵਾਬ ਸਾਹਿਬ ਪੱਗ ਮੈਂ ਉਸ ਦਿਨ ਬੰਨਾਂਗਾ ਜਿਸ ਦਿਨ ਸਾਰੀ ਦੀ ਸਾਰੀ ਸਿੱਖ ਕੌਮ ਦਾ ਬੀਜ ਨਾਸ਼ ਕਰ ਦਵਾਂਗਾ। और उत्ते ही उन्हें भरे दरबार विच यहीया खान के सामने ये इकरार किया। वो कहंदा एक खतरी ने भाव गुरु नानक देव महाराज ने। हुण देखो मैं बेनती शुरुआत विच कीती है ना कि बगाने तां बगाने अपनी तकरीबन बेड़ा गर्द जागा करते हैं। जिन्हां वास्ते सिख लड़ रहे सन वही उन्हां दे जान दे दुश्मन बन गए।
ਉਹ ਕਹਿਣ ਲੱਗਾ ਉੱਥੇ ਲਖਪਤ ਰਾਏ, ਉਹ ਕਹਿੰਦੇ ਇੱਕ ਖੱਤਰੀ ਨੇ ਭਾਵ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਸਿੱਖ ਧਰਮ ਚਲਾਇਆ ਤੇ ਮੈਂ ਖੱਤਰੀ ਇਸ ਸਿੱਖ ਧਰਮ ਨੂੰ ਬਰਬਾਦ ਕਰਕੇ ਰੱਖ ਦੇਵਾਂਗਾ। पाप उस दिन बनागा जिस दिन सारी सिख कौम नाश हो जाएगी, खत्म हो जाएगी। और उस बंदे ने सिखा के सिरां दे मुल पाए, उस बंदे ने सिखा के सिरां दे मनार खड़े किए, पता नहीं होर की कुछ किया, ये तो कहण कथन तो बाहर है। 1 जून सन 1746 नूं इस बंदे ने कानूवाल के शंभ दे विच जो गुरसिख प्यारे तकरीबन काफी गिनती दे विच दिन कट रहे सन, दुखा आदत दे विच उत्थे किहड़े सुख सी, ना खाण नूं चंगा भोजन पदार्थ, ना रहण वास्ते कोई घर घाट। एक आप जी कते निगाह मारो देखो, घोड़ियां दीयां काठियां दे उत्ते सिखां दे घर होया करदे सन। और शंभां दे विच जंगलां बियाबानां दे विच अपनी पत्नियां, अपने बच्चियां, अपने बुजुर्गां दे समेत रहना, गर्मी भी झलनी, सर्दी भी झलनी। फिर इत्थों तक जदों कोई गरीब मजलूम आके बेनती कर दवे, मेरी धी नूं चुक के लै गए, साडी धी नूं जां साडी पत्नी नूं चुक के लै गए ने, कृपा करो खालसा जी साडी रखिया करो, खालसा जी साडे घर ते धावा बोल दिता गया है, सानू मजलूमां नूं इन्हां जुल्मां तो बचाओ। ते ओ गुरु दे प्यारे जिन्हां दे पल्ले अपने कुछ भी नहीं सी हुंदा, मैं हैरान हो गया कि ओ गुरु दे प्यारे अपनियां जानां दे उत्ते खेड के उन्हां दी फिर भी राखी रखदे रहे, उन्हां दी पत इज्जत रखदे रहे। कानूवाल दे शंभ नूं उन्हें झाड़ना शुरू कर दिता, बेअंत फौज अपनी नाल लैके पिंडां दे रंबर भी उन्हें इकट्ठे करने। फिर आखिरकार संखेप बेनती करा, उन्हें कानूवाल दे शंभ भाव उस जंगल नूं अग ला दी गई। सिखां दे पास जिहड़ा एक छोटा जिहा टिकाणा सी उस जंगल दा वार सी, वो भी जाती रही। आखिरकार गुरु के प्यारे उस जंगल तो बाहर निकले, खुले मैदान में गए। इन्हीं को मैं बेनती करांगा कि उस दिन जे अगले पासियों गुरु के प्यारिਆਂ ਨੂੰ पहाड़ियां ने घेर लिया, पत्थर बढ़ाने शुरू कर दिते, पिछले पासियों ये लखपत राय अपनी फौजां के समेत आसे पासियों ही फौजां ने गुरु के प्यारिਆਂ ਨੂੰ घेर लिया। ते उस एक दिन एक तां इन्नी हद की गर्मी हुंदी है जून के महीने दे विच, हद की गर्मी ते गुरु के प्यारे पैरों तो भी लंघे ने, पैर भी उन्हां दे थल्लों सड़न। उस एक दिन दे विच 7000 सिंहां नूं शहीद किया गया ते 3000 सिंह जिहड़े सी वो लाहौर तो दिल्ली अपड़ाए गए, जिथे उन्हां दे जो धड़ सन उन्हां दे सीस तो अलग कर दिते गए सन। भाव एक दिन दे विच 10,000 के करीब सिंहां नूं मौत के घाट उतार दिता गया। और इस दिन नूं गुरु के प्यारे ने छोटा घल्लू घारे का नाम दिता। ਉਹਦੇ ਤੋਂ ਬਾਅਦ ਵਿਚਾਰ ਆਉਂਦੀ ਹੈ ਵੱਡੇ ਘੱਲੂ ਘਾਰੇ ਦੀ, ਜੋ 1762 ਦੇ ਵਿੱਚ ਵਾਪਰਿਆ, 5 ਫਰਵਰੀ 1762 ਵਿੱਚ ਵਾਪਰਿਆ। ਔਰ ਇਸ ਘੱਲੂ ਘਾਰੇ ਦੇ ਵਿੱਚ ਤਕਰੀਬਨ 25 ਤੋਂ 30,000 ਦੇ ਕਰੀਬ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ। ਕਈ ਇਤਿਹਾਸਕਾਰਾਂ ਨੇ 50,000 ਵੀ ਲਿਖਿਆ, कई इतिहासकार कहते हैं कि 50,000 के करीब सिंह शहीद होए, पर बहुत तांत 25 तो 30,000 के करीब सिंहां दे शहीद होने की खबर मिलती है। सरदार रतन सिंह भंगू दा आप जी नाम सुनिया होगा, जिन्हां ने प्राचीन पंथ प्रकाश लिखिया। इस वड्डे घल्लू घारे दे विच उन्हां दे दादा जी ते उन्हां दे चाचा जी और उन्हां दे पिता जी आदि होर कई रिश्तेदार इस जंग दे विच लड़े सन। वो कहते ने मेरे पिता जी ने मैनू दसिया कि इस जंग दे विच 30,000 तो वध सिंघां प्यारियां नूं मौत दे घाट उतार दिता गया, भाव उन्हां ने शहादत दा जाम पीता। हुण निक्की जी मैं एक बेनती करांगा थोड़ी डिटेल दे विच, किदां ये सारा भाणा वापरिया। अक्तूबर दा महीना सन 1761 दा, ਜਦੋਂ ਦੀਵਾਲੀ ਵਾਲੇ ਦਿਨ ਗੁਰੂ ਦੇ ਪਿਆਰੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਇਕੱਠੇ ਹੋਏ। ਅੰਮ੍ਰਿਤਸਰ ਦੇ ਉੱਤੇ ਪਹਿਲਾਂ ਹੋਰਨਾਂ ਲੋਕਾਂ ਦਾ ਕਬਜ਼ਾ ਸੀ, ਗੁਰੂ ਦੇ ਪਿਆਰਿਆਂ ਨੇ ਅੰਮ੍ਰਿਤਸਰ ਦੀ ਸੇਵਾ ਸੰਭਾਲ ਲਈ। ਦੀਵਾਲੀ ਵਾਲੇ ਦਿਨ ਇਹ ਵਿਚਾਰ ਕੀਤੀ ਗਈ ਸਿੱਖੀ ਦੇ ਜੋ ਦੁਸ਼ਮਣ ਨੇ ਉਹਨਾਂ ਨੂੰ ਸੋਧਿਆ ਜਾਵੇ। ਉਹਨਾਂ ਨੂੰ ਸੋਧਣ ਵਾਸਤੇ ਜਦੋਂ ਫੈਸਲਾ ਕੀਤਾ ਗਿਆ ਤੇ ਜੰਡਿਆਲੇ ਦਾ ਰਹਿਣ ਵਾਲਾ ਮੰਤ ਆਕਲ ਦਾਸ ਜੋ ਅਕਲ ਤੋਂ ਅੰਨਾ ਸੀ ਤੇ ਹਮੇਸ਼ਾ ਸਿੱਖਾਂ ਪਿਆਰਿਆਂ ਦੇ ਖਿਲਾਫ ਚੜ੍ਹਾਈ ਕਰਿਆ ਕਰਦਾ ਸੀ। ਗੱਲ ਫਿਰ ਉੱਥੇ ਆ ਗਈ ਕਿ ਇੱਕ ਤਾਂ ਉਹ ਬਾਹਰੋਂ ਸਨ ਅਰਬ ਕੰਟਰੀ ਤੋਂ ਆਉਂਦੇ ਜਾਂ ਹੋਰਨਾਂ ਦੇਸ਼ਾਂ ਤੋਂ ਆ ਕੇ ਸਿੱਖਾਂ ਦਾ ਖੂਨ ਪੀਂਦੇ ਸੀ। ਇਹ ਉਹ ਲੋਕ ਸਨ ਜੋ ਇੱਥੋਂ ਦੇ ਰਹਿਣ ਵਾਲੇ ਸਨ,
जिन्हां दी खातर, जिन्हां दीयां बहु बेटियां दी खातर गुरु दे प्यारे रात दिन लड़दे पए सन, वही सिखां दी जान दे दुश्मन बन गए। जंडियाले दे रहण वाले आकल दास महंत दे कोल सरदार जस्सा सिंह आलूवालिया ने खबर पहुंचाई कि तू इदां कर, खालसे दी हीन मन लै, अज तक जो करतूतां कीतियां ने उन्हां दी माफी मंग ते अपनी जगह ते सुख शांति नाल वसदा रह ते सानू भी सुख शांति नाल वसन दे। उन्हें हीन मनन दी बजाए अहमद शाह अब्दाली जिन्हें हुण तक 5 हमले हिंदुस्तान ते कीते सन ते 6वां हमला स्पैशल तौर ते सिखां नूं खत्म करन वास्ते उन्हें कीता, वो हिंदुस्तान चढ़ाई करके आ चुका सी। इन्हें उहदे तक खबर पहुंचाई कि मैं तेरा साथ देवांगा, तू सिखां नूं खत्म कर दे। अब्दाली तो पहला ही सिखां नूं खत्म करने वास्ते, उन्हां दा बीज नाश करने वास्ते चढ़िया आ गया सी। ਸਿੰਘਾਂ ਦੇ ਕਸੂਏ ਨੇ ਆ ਕੇ ਖਬਰ ਦਿੱਤੀ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਇਹ ਵਿਚਾਰ ਕੀਤੀ ਕਿ ਆਕਲ ਦਾਸ ਦੀ ਅਕਲ ਬਾਅਦ ਵਿੱਚ ਸਵਾਰਾਂਗੇ, ਹੁਣ ਸਾਨੂੰ ਪਰਿਵਾਰਾਂ ਨੂੰ ਇੱਕ ਸਾਈਡ ਤੇ ਕਰ ਲੈਣਾ ਚਾਹੀਦਾ ਹੈ, ਕਿਉਂਕਿ ਉਸ ਸਮੇਂ ਸਾਰਾ ਦਾ ਸਾਰਾ ਸਿੱਖ ਪੰਥ ਤਕਰੀਬਨ ਖਾਲਸਾ ਪੰਥ ਹਰਿਮੰਦਰ ਸਾਹਿਬ ਵਿਖੇ ਇਕੱਠਾ ਹੋਇਆ ਸੀ। ਦੋ ਹੀ ਤਿਉਹਾਰ ਸਨ, ਵਿਸਾਖੀ ਤੇ ਦੀਵਾਲੀ, ਇਹ ਦੋ ਮੇਨ ਤਿਉਹਾਰ ਸਨ ਜਦੋਂ ਸਰਬੱਤ ਖਾਲਸਾ ਅੰਮ੍ਰਿਤਸਰ ਦੀ ਪਾਕ ਧਰਤੀ ਤੇ ਜੁੜਿਆ ਕਰਦਾ ਸੀ। ਬੱਚੇ ਵੀ ਮੌਜੂਦ ਸਨ, बीबियां भी मौजूद सन, बजुर्ग भी मौजूद सन ते विचार की गई कि मालवे दे विच इन्हां नूं सुरक्षित बिठा दिता जावे, फिर अब्दाली दे नाल असीं निपट लवांगे। गुरु दा खालसा अमृतसर साहिब नूं छड्ड के मालवे वल नूं चला गया। इधर पिछा करदा करदा अब्दाली लाहौर तो चलिया। 3 फरवरी सन 1762 अब्दाली पिछा करदा 30,000 तो वध अपनी फौजां नूं नाल लैके ਸਿੰਘਾਂ ਦੇ ਪਿੱਛੇ ਬਹੁਤ ਆਈ ਚੱਲ ਪਿਆ। ਉਤੋਂ ਚੱਲਦੇ ਚੱਲਦੇ ਸਰਹੰਦ ਦੇ ਫੌਜਦਾਰ ਜੈਨ ਖਾਨ ਨੂੰ ਇਹਨੇ ਖਬਰ ਪਹੁੰਚਾ ਦਿੱਤੀ ਕਿ ਮੈਂ ਪਿੱਛੋਂ ਸਿੱਖਾਂ ਨੂੰ ਮਾਰ ਕਰਦਾ ਹੋਇਆ ਆਵਾਂਗਾ ਤੇ ਤੂੰ ਸਿੱਖਾਂ ਨੂੰ ਅੱਗੋਂ ਰੋਕ ਕੇ ਰੱਖ। ਆਖਰਕਾਰ 5 ਫਰਵਰੀ ਦਾ ਉਹ ਦਿਨ ਜਦੋਂ ਸਿੰਘਾਂ ਨੂੰ ਪਿੱਛੋਂ ਅਬਦਾਲੀ ਨੇ ਘੇਰਾ ਪਾ ਲਿਆ, ਅੱਗੋਂ ਜੈਨ ਖਾਨ ਨੇ ਘੇਰਾ ਪਾ ਲਿਆ ਤੇ ਆਸੇ ਪਾਸੋਂ ਪਹਾੜੀਏ ਜਾਂ ਰੰਗੜਾਂ ਆਦਿਕ ਅਫਗਾਨਾਂ ਨੇ ਗੁਰੂ ਦੇ ਪਿਆਰਿਆਂ ਨੂੰ ਘੇਰਾ ਪਾ ਲਿਆ। ਔਰ ਮਲੇਰ ਕੋਟਲੇ ਤੋਂ उत्तर दे वल 6 मील कोपर हीरे की जगह ते जो पिंड कोपर हीड़ा है उस जगह ते सिखां दे उत्ते इन्हां लोकां ने हमला कर दिता। तकरीबन जदों इस सिंघां उत्ते हमला कीता गया, बच्चे भी मौजूद सन उस समय, बुजुर्ग मातावां जां बुजुर्ग बाबे भी मौजूद सन। सिंघां ने एक तरतीब बनाई, जिन्ने भी बुजुर्ग सन जां बच्चे जां औरतां सन उन्हां नूं विचकार खड़ा कीता गया और आसे पासे एक कुंडली की बना ली। सारे सिंघां ने एक दूजे सिंघां दे हाथ पकड़े जां किहड़े तरीके नाल ओ लड़े कि उन्होंने एक दीवार खड़ी कर दी। बेअंत जोर लाया गया लेकिन वो दीवार नूं तोड़ नहीं सन सके। शाम होंदे तक दीवार थोड़ी जी कितों कितों वो टुट गई जो सिंघां ने बनाई सी। उस दीवार के टुटण दे करके बेअंत सिंघां नूं, सिंघणियां नूं, मासूम बच्चियां नूं ते बुजुर्ग गुरु दे प्यारियां नूं शहीद कर दिया गया। और आखिरकार इस शाम 5 फरवरी की सवेर को लेके शाम तक 30,000 के करीब 25 तो 30,000 के करीब सिंह सिंघणियां ते बच्चे बुजुर्गों को शहीद कर दिया गया। उधर शाम पै गई सी, सो ये अब्दाली वापस लाहौर को परत गया। कुछ इतिहासकार कहते ने सरहंद को चला गया। उत्थे जाके ने बाबा आरा सिंह दे नाल विचार की कि मेरी खालसे दे नाल सुलह करा दे ते मैं ते खालसा इकट्ठे ही चलते रहांगे। जदों खालसे दे नाल सुलह कराउण दी गल आई ते सिंघां ने इहनूं ठुकरा दिता कि तेरे वर्गे पापी नूं असीं कदे भी अपने नेड़े नहीं ठुकर देवांगे। आखिरकार इस पापी ने अहमद शाह अब्दाली ने सिंघां दी इस गल तो गुस्सा मनाउंदे होया अप्रैल के महीने 10 अप्रैल सन 1762 नूं बहुत वड्डी फौज लैके श्री हरमंदर साहिब के उत्ते श्री दरबार साहिब उत्ते हमला बोल दिता। इन्हें बरूद के नाल श्री दरबार साहिब को ढवा दिता सी। और जिहड़ा सरोवर है साडा अमृतसर सरोवर नूं होर जिन्ना भी शहर का गंद सी वो सारा इकट्ठा करके पूर दिता गया। गऊआं नूं बढ़ा के विच सुटिया गया। उन्हां दा होर भी कई प्रकार का गंद मंद श्री हरमंदर साहिब दरबार साहिब विखे सुटिया गया। बिल्कुल उन्हें मलिया मिल सारा कुछ कर दिता। इत्थे इतिहासकार लिखते हैं जदों बरूद दे नाल श्री हरमंदर साहिब श्री दरबार साहिब नूं ढवाया गया ते उस समय एक इट उतों बुड़कदी हुई अब्दाली दे नक दे उत्ते जिहड़ा काफी दूर खड़ा सी उहदे नक दे उत्ते आके वजी।
ਇਹ ਇੱਟ ਦਾ ਜਿਹੜਾ ਜ਼ਖਮ ਸੀ ਹੌਲੀ ਹੌਲੀ ਕੈਂਸਰ ਦਾ ਨਸੂਰ ਬਣ ਗਿਆ। 10 ਸਾਲ ਬਾਅਦ ਇਹ ਇੱਟ ਦਾ ਜ਼ਖਮ ਨਸੂਰ ਬਣ ਕੇ ਇਹਦੀ ਮੌਤ ਦਾ ਕਾਰਨ ਬਣਿਆ। 10 ਸਾਲ ਬਾਅਦ ਇਹ ਮਰ ਗਿਆ ਸੀ ਔਰ ਵਜ੍ਹਾ ਉਹ ਦਰਬਾਰ ਸਾਹਿਬ ਦੀ ਇੱਟ ਬਣੀ। ਖੈਰ ਇਸ ਜ਼ਮਾਨੇ ਦੇ ਇਸ ਪਾਪੀ ਨੇ ਕਈ ਪ੍ਰਕਾਰ ਦੇ ਨਾਲ ਸਿੰਘਾਂ ਉੱਤੇ ਅਤਿਆਚਾਰ ਕੀਤੇ। ਉਥੋਂ ਨਾਲ ਦੀ ਨਾਲ ਜਿਹੜੇ ਹਿੰਦੁਸਤਾਨ ਦੇ ਰਹਿਣ ਵਾਲੇ ਲੋਕ ਸਨ, ਜਿਨ੍ਹਾਂ ਵਾਸਤੇ ਗੁਰਸਿੱਖ ਪਿਆਰੇ ਰਾਗ ਲੜ ਰਹੇ ਸਨ, ਜਿਨ੍ਹਾਂ ਦੀਆਂ ਜਾਨਾਂ ਬਚਾਉਣ ਵਾਸਤੇ, ਜਿਨ੍ਹਾਂ ਦੀ ਪੱਤ ਇੱਜ਼ਤ ਢੱਕਣ ਵਾਸਤੇ ਗੁਰੂ ਦੇ ਪਿਆਰੇ ਰਾਤ ਦਿਨ ਆਪਣੇ ਸੁਖ ਆਰਾਮ ਨੂੰ ਤਿਆਗ ਬੈਠੇ ਸਨ, ਪਰ ਉਹਨਾਂ ਨੇ ਵੀ ਕਿਸੇ ਵੀ ਪਾਸੋਂ ਸਾਡੇ ਨਾਲ ਘੱਟ ਨਹੀਂ ਕੀਤੀ। ਉਹਦੇ ਤੋਂ ਬਾਅਦ ਇੱਕ ਜੋ ਸਭ ਤੋਂ ਵੱਡਾ ਘੱਲੂਘਾਰਾ ਮੰਨਿਆ ਗਿਆ, ਘੱਲੂਘਾਰੇ ਦਾ ਵੈਸੇ ਮਤਲਬ ਹੁੰਦਾ ਹੈ ਸਮੁੱਚੇ ਤੌਰ ਤੇ ਤੈਸ਼ ਨੈਸ਼ ਕਰਕੇ ਰੱਖ ਦੇਣਾ। ਜੋ ਸਭ ਤੋਂ ਵੱਡਾ ਘੱਲੂਘਾਰਾ ਮੰਨਿਆ ਗਿਆ ਉਹ ਇਹ ਹੈ 1984 ਤੋਂ ਲੈ ਕੇ 1994 ਤੱਕ ਤਕਰੀਬਨ 2 ਲੱਖ ਸਿੰਘ ਸ਼ਹੀਦ ਕੀਤੇ ਗਏ ਨੇ। ਔਰ ਉਹ ਕਿਹਨਾਂ ਨੇ ਕੀਤੇ? ਹਿੰਦੁਸਤਾਨ ਦੀ ਫੌਜ ਨੇ, ਹਿੰਦੁਸਤਾਨ ਦੀ ਸਰਕਾਰ ਨੇ। 2 ਲੱਖ ਦੇ ਕਰੀਬ ਸਿੰਘ ਸ਼ਹੀਦ ਕੀਤੇ ਗਏ। ਔਰ ਸਨ 12 ਤੱਕ, ਜਿਵੇਂ ਦਾਸ ਨੇ ਸ਼ੁਰੂਆਤ ਵਿੱਚ ਬੇਨਤੀ ਕੀਤੀ ਕਿ ਸਨ 1469 ਤੋਂ ਲੈ ਕੇ 12 ਤੱਕ 9 ਲੱਖ ਸਿੰਘ ਸ਼ਹੀਦ ਹੋ ਚੁੱਕਾ ਹੈ। ਔਰ ਇੰਨੀਆਂ ਵੱਡੀਆਂ ਜੋ ਮਹਾਨ ਕੁਰਬਾਨੀਆਂ ਗੁਰਸਿੱਖ ਪਿਆਰਿਆਂ ਨੇ ਦਿੱਤੀਆਂ, ਉਹਦੇ ਪਿੱਛੇ ਕੇਵਲ ਇੱਕ ਮਕਸਦ ਸੀ ਕਿ ਅਸੀਂ ਨਾ ਜ਼ੁਲਮ ਕਰਦੇ ਹਾਂ, ਨਾ ਕਿਸੇ ਦਾ ਜ਼ੁਲਮ ਅਸੀਂ ਸਹਿਣ ਕਰਦੇ ਹਾਂ। ਇੱਕ ਛੋਟੀ ਜਿਹੀ ਘਟਨਾ ਇਸ ਸਾਕੇ ਦੇ ਸੰਬੰਧੀ ਮੈਂ ਆਪ ਜੀ ਦੇ ਨਾਲ ਅਰਜ਼ ਕਰਨੀ ਚਾਹਾਂਗਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ 5 ਫਰਵਰੀ ਦੀ ਸ਼ਾਮ ਨੂੰ ਉਹਨਾਂ ਦੇ ਸਰੀਰ ਉੱਤੇ ਇਸ ਵੱਡੇ ਘੱਲੂਘਾਰੇ ਦੇ ਵਿੱਚ 22 ਜ਼ਖਮ ਲੱਗੇ ਸਨ। ਪਰ ਕੋਈ ਵੀ ਐਸਾ ਸਰਦਾਰ ਨਹੀਂ ਸੀ ਜਿਹਦੇ ਸਰੀਰ ਉੱਤੇ 5 ਤੋਂ 7 ਜ਼ਖਮ ਨਾ ਆਏ ਹੋਣ। 22 ਜ਼ਖਮ ਤਾਂ ਕਦੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਸਰੀਰ ਉੱਤੇ ਲੱਗੇ। ਘੋੜਾ ਜਿਹੜਾ ਉਹਨਾਂ ਦਾ ਸੀ ਥੱਕ ਟੁੱਟ ਕੇ ਚੂਰ ਹੋਇਆ ਤੇ ਉਹਨੇ ਤੁਰੰਤ ਤੋਂ ਨਾ ਕਰ ਦਿੱਤੀ। ਇਸ ਘੱਲੂਘਾਰੇ ਦੀ ਗੱਲ ਹੈ, ਘਟਨਾ। ਘੋੜੇ ਨੇ ਤੁਰੰਤ ਤੋਂ ਅਗਾਂਹ ਨਾ ਕਰ ਦਿੱਤੀ ਤੇ ਉਹਨਾਂ ਦੇ ਘੋੜੇ ਦੇ ਕੋਲ ਇੱਕ ਗੁਰਸਿੱਖ ਪਿਆਰਾ ਜਿਹਦਾ ਨਾਮ ਸਰਦਾਰ ਗੁਰਮੁਖ ਸਿੰਘ ਹੈ। ਉਸ ਗੁਰਮੁਖ ਸਿੰਘ ਨੇ ਆਪਣਾ ਚਾਬੁਕ ਉਠਾਇਆ ਤੇ ਘੋੜੇ ਨੂੰ ਕਿੱਦਾਂ ਮਾਰਨ ਲੱਗਾ, ਜ਼ੋਰ ਦੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਉਸ ਗੁਰਸਿੱਖ ਪਿਆਰੇ ਨੂੰ ਆਖਿਆ, ਭੋਲਿਆ ਇਹ ਕਰਮ ਮਤ ਕਰੀ। ਉਹ ਜੱਸਾ ਸਿੰਘ ਜੀ ਨੂੰ ਕਹਿਣ ਲੱਗਾ, ਗੁਰਮੁਖ ਸਿੰਘ ਜੀ ਕਹਿਣ ਲੱਗੇ, ਸਰਦਾਰ ਜੀ ਜੇ ਘੋੜਾ ਨਾ ਚਲੇਗਾ ਤੇ ਤੁਹਾਡੀ ਤਾਂ ਸ਼ਹਾਦਤ ਹੋ ਸਕਦੀ ਹੈ। ਘੋੜਾ ਨਾ ਤੁਰੇਗਾ ਤਾਂ ਫਿਰ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਕਹਿਣ ਲੱਗੇ ਕਿ ਕਿਤੇ ਐਸਾ ਨਾ ਹੋਵੇ ਕਿ ਦੁਸ਼ਮਣ ਬਾਅਦ ਵਿੱਚ ਇਹ ਗੱਲ ਕਹਿ ਕੇ ਮਜ਼ਾਕ ਉਡਾਉਂਦੇ ਪਏ ਹੋਣ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਆਪਣੇ ਘੋੜੇ ਨੂੰ ਕਟਵਾ ਕੇ ਆਪਣੀ ਜਾਨ ਬਚਾ ਲਈ। ਕਹਿੰਦੇ ਘੋੜੇ ਨੂੰ ਚਾਬੁਕ ਨਹੀਂ ਮਾਰਨਾ। ਔਰ ਆਪ ਜੀ ਧਿਆਨ ਮਾਰ ਕੇ ਵੇਖੋ ਕਿ ਇਸ ਮੈਦਾਨੇ ਜੰਗ ਦੇ ਵਿੱਚ 30,000 ਦੇ ਕਰੀਬ ਸਿੰਘ ਸ਼ਹੀਦ ਹੋਏ ਨੇ। ਜਦੋਂ ਸ਼ਾਮ ਪਈ ਤੇ ਇਹਨਾਂ ਸਾਰੀਆਂ ਲੋਥਾਂ ਦੇ ਵਿਚਕਾਰ ਖੜਾ ਇੱਕ ਨਿਹੰਗ ਸਿੰਘ ਉੱਚੀ ਉੱਚੀ ਕਹਿ ਰਿਹਾ ਸੀ, ਤਤ ਖਾਲਸਾ ਸੋ ਰਹਿਓ ਗਇਓ ਸੋ ਖੋਟ ਗਵਾਏ। ਇਹਦਾ ਮਤਲਬ ਕੇਵਲ ਤੇ ਕੇਵਲ ਇਤਨਾ ਸੀ ਕਿ ਅਸੀਂ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹਾਂ। ਭਾਵੇਂ 30,000 ਸਿੰਘ ਸ਼ਹੀਦ ਹੋ ਚੁੱਕੇ ਨੇ, ਪਰ ਖਾਲਸਾ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਜਿਉਂਦਾ ਹੈ। ਉਹਨਾਂ ਲੋਕਾਂ ਨੂੰ ਤਾਂ ਸ਼ਰਮ ਨਹੀਂ ਸੀ। ਪਰ ਮੈਂ ਇਤਿਹਾਸ ਦੀ ਇੱਕ ਘਟਨਾ ਆਪ ਜੀ ਨਾਲ ਕਹਿ ਕੇ ਸਮਾਪਤੀ ਕਰਾਂ ਕਿ ਗੁਰਸਿੱਖ ਪਿਆਰੇ ਧਰਮ ਤੇ ਸ਼ਰਮ ਨੂੰ ਕਿੱਦਾਂ ਇਕੱਠਿਆਂ ਨਾਲ ਲੈ ਕੇ ਚੱਲਦੇ ਸਨ। ਜਦੋਂ ਸਿਆਲਕੋਟ ਦੀ ਧਰਤੀ ਤੇ ਭਾਈ ਜੱਸਾ ਸਿੰਘ ਆਹਲੂਵਾਲੀਆ ਤੇ ਹੋਰ ਗੁਰਸਿੱਖਾਂ ਪਿਆਰਿਆਂ ਦਾ ਮੁਕਾਬਲਾ ਅਬਦਾਲੀ ਦੀਆਂ ਫੌਜਾਂ ਦੇ ਨਾਲ ਹੋਇਆ, ਸ਼ਾਹ ਨਵਾਜ਼ ਦੇ ਨਾਲ ਹੋਇਆ ਤੇ ਉਸ ਸਮੇਂ ਉਹ ਸਿੰਘਾਂ ਨੂੰ ਹਾਰ ਖਾ ਕੇ ਆਪਣੀਆਂ ਬੇਗਮਾਂ ਨੂੰ ਇੱਥੇ ਛੱਡ ਕੇ ਮੈਦਾਨੇ ਜੰਗ ਦੇ ਵਿੱਚ ਛੱਡ ਕੇ ਤੇ ਬਾਹਰ ਭੱਜ ਗਿਆ ਸੀ। ਉਹਨਾਂ ਦੀਆਂ ਜਿਹੜੀਆਂ ਬੇਗਮਾਂ ਸਨ, ਉਹਨਾਂ ਦੇ ਕੋਲ ਬਹੁਤ ਕੀਮਤੀ ਜੋ ਵਸਤਰ ਸ਼ਸਤਰ ਜਾਂ ਹੋਰ ਕਈ ਪ੍ਰਕਾਰ ਦਾ ਸਮਾਨ ਸੀ, ਖਜ਼ਾਨਾ ਵੀ ਕੋਲ ਸੀ। ਸਿੰਘਾਂ ਨੇ ਉਹਨਾਂ ਤੇ ਜਦੋਂ ਧਾਵਾ ਬੋਲਣ ਦੀ ਕੋਸ਼ਿਸ਼ ਕੀਤੀ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਇਹ ਗੱਲ ਕਹਿ ਕੇ ਮਨਾ ਕਰ ਦਿੱਤਾ ਕਿ ਇਹਨਾਂ ਬੀਬੀਆਂ ਦੇ ਉੱਤੇ ਕੋਈ ਵੀ ਹੱਥ ਨਹੀਂ ਚੁੱਕੇਗਾ। ਉਹਨਾਂ ਦੀਆਂ ਬੇਗਮਾਂ ਡਰ ਗਈਆਂ। ਉਹਨਾਂ ਦੇ ਡਰੇ ਹੋਏ ਚਿਹਰੇ ਵੇਖ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਆਖਿਆ, ਬੀਬੀਓ ਬਿਲਕੁਲ ਫਿਕਰ ਕਰਨ ਦੀ ਜ਼ਰੂਰਤ ਨਹੀਂ। ਖਾਲਸਾ ਮਾਈਆਂ ਰੱਬ ਰਜ਼ਾਈਆਂ ਉੱਤੇ ਜਾਂ ਗਰੀਬਾਂ ਲੋੜਵੰਦਾਂ ਦੇ ਉੱਤੇ ਕਦੇ ਵੀ ਹੱਥ ਨਹੀਂ ਉਠਾਉਂਦਾ ਹੈ। ਤੁਸੀਂ ਸੇਫ ਹੋ
ਤੁਹਾਡਾ ਸਮਾਨ ਵੀ ਸੇਫ ਰਹੇਗਾ। ਔਰ ਜਿੱਥੇ ਵੀ ਜਾਣਾ ਚਾਹੋ ਆਪ ਵੀ ਖਿਆਲ ਕਰੋ ਕਿ ਸਿੱਖਾਂ ਦੇ ਦੁਸ਼ਮਣਾਂ ਦੀਆਂ ਬੇਗਮਾਂ ਨੇ। ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਹਿੰਦੇ ਕਹਿ ਰਹੇ ਨੇ ਭੈਣੋ, ਤੁਸੀਂ ਜਿੱਥੇ ਵੀ ਜਾਣਾ ਚਾਹੋ ਸੁਰੱਖਿਅਤ ਢੰਗ ਤਰੀਕੇ ਨਾਲ ਖਾਲਸਾ ਤੁਹਾਨੂੰ ਉੱਥੇ ਪਹੁੰਚਾ ਦੇਵੇਗਾ। ਔਰ ਆਪਣੇ ਖਰਚੇ ਉੱਤੇ ਜਦੋਂ ਉਹਨਾਂ ਬੇਗਮਾਂ ਨੇ ਕਿਹਾ ਅਸੀਂ ਜੰਮੂ ਜਾਣਾ ਹੈ ਤੇ ਉਹਨਾਂ ਨੂੰ ਆਪਣੇ ਖਰਚੇ ਦੇ ਉੱਤੇ ਸਰਦਾਰ ਜੱਸਾ ਸਿੰਘ, ਸਰਦਾਰ ਚੜ੍ਹ ਸਿੰਘ ਨੇ ਕੁਝ ਨੌਜਵਾਨ ਵੀਰਾਂ ਨੂੰ ਨਾਲ ਭੇਜ ਕੇ ਉਹਨਾਂ ਨੂੰ ਜੰਮੂ ਪਹੁੰਚਾ ਦਿੱਤਾ ਸੀ। ਔਰ ਇਸ ਘਟਨਾ ਦੇ ਬਾਬਤ ਲਿਖਦਾ ਹੋਇਆ ਇੱਕ ਮੁਸਲਮਾਨ ਇਤਿਹਾਸਕਾਰ ਕਹਿੰਦਾ ਹੈ ਕਿ ਸਿੱਖਾਂ ਦਾ ਜੀਵਨ ਐਸਾ ਹੈ ਕਿ ਉਹ ਕਦੇ ਵੀ ਬੀਬੀਆਂ ਉੱਤੇ ਭਾਵ ਪਰਾਈਆਂ ਔਰਤਾਂ ਦੇ ਉੱਤੇ ਹੱਥ ਨਹੀਂ ਚੁੱਕਦੇ ਨੇ, ਭੈੜੀ ਨਿਗਾਹ ਨਹੀਂ ਰੱਖਦੇ ਨੇ। ਖੈਰ ਮਹਾਨ ਐਸੀਆਂ ਬੇਅੰਤ ਹੋਰ ਘਟਨਾਵਾਂ ਨੇ ਜਿਨ੍ਹਾਂ ਦੇ ਨਾਲ ਸਾਂਝ ਪਾਈ ਜਾ ਸਕਦੀ ਹੈ। ਮੇਨ ਗੱਲ ਮੈਂ ਇਤਨੀ ਹੀ ਕਹਾਂਗਾ ਕਿ ਪਹਿਲਾਂ ਉਹ ਸਮਾਂ ਸੀ ਜਦੋਂ ਸਿੱਖਾਂ ਦੇ ਸ਼ਰੀਰ ਕਤਲ ਕੀਤੇ ਜਾਂਦੇ ਸਨ। ਅੱਜ ਉਹ ਸਮਾਂ ਹੈ ਜਦੋਂ ਸਿੱਖਾਂ ਦੀ ਜ਼ਮੀਰ ਕਤਲ ਕੀਤੀ ਜਾ ਰਹੀ ਹੈ। ਸ਼ਰੀਰ ਕਤਲ ਹੋ ਗਿਆ ਗੱਲ ਵੱਖਰੀ ਹੈ। ਖੈਰ ਇਹ ਹਰ ਬੰਦੇ ਨੇ ਮਰਨਾ ਹੀ ਮਰਨਾ ਹੈ, ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਹੈ। ਤੇ ਸਿੰਘਾਂ ਦਾ ਤੇ ਨਾਰਾ ਹੀ ਰਿਹਾ ਹੈ, ਕੱਟ ਬੰਦ ਬੰਦ ਦੇ, ਨੇਜਿਆਂ ਤੇ ਟੰਗ ਦੇ, ਪੱਟੀਆਂ ਤੇ ਝੌਂਕ ਦੇ, ਆਰਿਆਂ ਨੂੰ ਸੌਂਪ ਦੇ, ਮੇਰੀ ਜਵਾਨੀ ਕੱਢ ਕੇ ਮੇਰੀ ਜਵਾਨੀ ਬਲ ਕੇ ਗਾਵੇਗੀ ਇੱਕੋ ਰਾਗਨੀ ਕਿ ਧਰਮ ਪਿੱਛੇ ਮਰਨ ਵਿੱਚ ਦਸ਼ਮੇਸ਼ ਦੇ ਦੁਲਾਰਿਆਂ ਦੀ ਜਿੱਦ ਦੀ ਸਕੂਨ ਹੈ। ਕੋਈ ਜ਼ੁਲਮ ਕੋਈ ਸਿਤਮ ਸਾਨੂੰ ਝੁਕਾ ਸਕਦਾ ਨਹੀਂ, ਸਾਨੂੰ ਮਿਟਾ ਸਕਦਾ ਨਹੀਂ, ਕਿਉਂਕਿ ਸਾਡੀਆਂ ਰਗਾਂ ਵਿੱਚ ਅਜੇ ਕਲਗੀਧਰ ਦਾ ਖੂਨ ਹੈ। ਇਹ ਉਹ ਕਿਹਾ ਕਰਦੇ ਸਨ। ਪਰ ਮੈਂ ਅੱਜ ਦੇ ਸਮੇਂ ਦੀ ਇਤਨੀ ਬੇਨਤੀ ਕਰਾਂਗਾ ਵਿਚਾਰ ਦੇ ਦੌਰਾਨ ਕਿ ਉਸ ਸਮੇਂ ਤਾਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਸੀ। ਅੱਜ ਸਾਡੀ ਜੋ ਜ਼ਮੀਰ ਹੈ, ਸਾਡੀ ਜੋ ਅਣਖ ਹੈ ਉਹ ਖਤਮ ਕੀਤੀ ਜਾ ਰਹੀ ਹੈ। ਆਪ ਜੀ ਨੂੰ ਗਿਆਤ ਹੋਵੇ ਇਹਨਾਂ ਦਾ ਸਾਹਿਤ ਲਿਖਿਆ ਜਾ ਰਿਹਾ ਹੈ, ਜੋ ਸਾਹਿਤ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਿਧਾਂਤਾਂ ਨੂੰ ਉਲਟਾ ਰਿਹਾ ਹੈ। ਇਦਾਂ ਦੀਆਂ ਕਿਤਾਬਾਂ ਸਾਡੀਆਂ ਹੀ ਜਥੇਬੰਦੀਆਂ ਵੱਲੋਂ ਜਾਂ ਸਾਡੀਆਂ ਸਰਕਾਰਾਂ ਵੱਲੋਂ ਛਾਪੀਆਂ ਜਾ ਰਹੀਆਂ ਨੇ, ਜੋ ਗੁਰੂ ਸਾਹਿਬਾਨ ਦੇ ਜੀਵਨ ਸਿਧਾਂਤ ਤੇ ਸਾਰੇ ਇਤਿਹਾਸ ਨੂੰ ਮਲੀਆ ਮੇਟ ਕਰ ਰਹੀਆਂ ਨੇ। ਵਿਪਰਵਾਦ ਸਾਡੇ ਵਿੱਚ ਘੁਸਦਾ ਜਾ ਰਿਹਾ ਹੈ, ਗੁਰੂ ਤੋਂ ਅਸੀਂ ਟੁੱਟਦੇ ਜਾ ਰਹੇ ਹਾਂ, ਪਤਨ ਪੁਣੇ ਦੀ ਲਹਿਰ ਵਿੱਚ ਪੈਂਦੇ ਜਾ ਰਹੇ ਹਾਂ। ਇਤਨੀ ਬੇਨਤੀ ਕਰਾਂਗਾ ਆਪ ਸਮਝੋ, ਆਪਣੇ ਬੱਚਿਆਂ ਨੂੰ ਸਮਝਾਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਕ ਚਰਨਾਂ ਦੇ ਨਾਲ ਜੋੜ ਕੇ ਰੱਖੋ। ਜੇ ਅਸੀਂ ਸਮਝਾਂਗੇ ਤੇ ਸਾਡੇ ਬੱਚੇ ਵੀ ਸਮਝਣਗੇ। ਜੇ ਸਾਰਾ ਪਰਿਵਾਰ ਸਮਝੇਗਾ ਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਸਿੱਖੀ ਦੀ ਰੌਸ਼ਨੀ ਤੇ ਸਿੱਖੀ ਦੀ ਖੁਸ਼ਬੂ ਜਾਂਦੀ ਰਹੇਗੀ। ਇੱਕ ਘਟਨਾ ਮੈਂ ਆਪ ਜੀ ਨਾਲ ਅੱਜ ਕਰਕੇ ਸਮਾਪਤੀ ਕਰਾਂਗਾ। ਆਗਰੇ ਇੱਕ ਖਟੀਕਾਂ ਦਾ ਮੁਹੱਲਾ, ਉਸ ਖਟੀਕਾਂ ਦੇ ਮੁਹੱਲੇ ਦੇ ਵਿੱਚ, ਖਟੀਕਾਂ ਦਾ ਮਤਲਬ ਹੁੰਦਾ ਹੈ ਚਮੜਾ ਰੰਗਣ ਵਾਲੇ। ਉਸ ਖਟੀਕਾਂ ਦੇ ਮੁਹੱਲੇ ਦੇ ਵਿੱਚ ਇੱਕ ਖਟੀਕ ਬਹੁਤ ਜ਼ਿਆਦਾ ਅਮੀਰ ਹੋ ਗਿਆ ਆਪਣੀ ਮਿਹਨਤ ਕਰ ਕਰਕੇ। ਉਹਨੇ ਮੁਹੱਲੇ ਦੇ ਵਿੱਚ, ਗਰੀਬ ਮੁਹੱਲੇ ਦੇ ਵਿੱਚ ਆਪਣੀ ਇੱਕ ਵੱਡੀ ਸਾਰੀ ਕੋਠੀ ਪਾ ਲਈ। ਵੱਡੀ ਸਾਰੀ ਕੋਠੀ ਪਾ ਕੇ ਸ਼ਾਨ ਨਾਲ ਰਹਿਣ ਲੱਗ ਪਿਆ। ਉਸ ਗਰੀਬ ਮੁਹੱਲੇ ਦੇ ਵਿੱਚੋਂ ਜਦੋਂ ਕੋਈ ਬਾਹਰੋਂ ਕੋਈ ਅਜਨਬੀ ਗੁਜ਼ਰਦਾ ਹੈ ਤੇ ਸਾਰੇ ਇਲਾਕੇ ਨੂੰ ਵੇਖ ਕੇ, ਬਸਤੀ ਨੂੰ ਵੇਖ ਕੇ ਇੱਕ ਗੱਲ ਕਹਿੰਦਾ ਕਿ ਬਾਕੀ ਸਾਰੇ ਘਰ ਟੁੱਟੇ ਫੁੱਟੇ ਨੇ, ਇਹ ਬੜੀ ਵੱਡੀ ਕੋਠੀ ਇਹ ਕਿਹਦੀ ਹੈ? ਤੇ ਉੱਥੋਂ ਦੇ ਲੋਕ ਕਹਿੰਦੇ ਜੀ ਫਲਾਣੇ ਚਮਿਆਰ ਦੀ ਹੈ। ਇਹ ਗੱਲ ਕਹਿ ਦਿੰਦੇ ਨੇ। ਉਹਦੇ ਮਨ ਦੇ ਵਿੱਚ ਬੜੀ ਘਿਰਨਾ ਹੋਣੀ ਕਿ ਇਹ ਨਾਮ ਅਜੇ ਵੀ ਮੇਰੇ ਤੋਂ ਦੂਰ ਜਾ ਰਿਹਾ, ਇਹ ਲਾਹਨਤ ਤੋਂ ਮੈਂ ਦੂਰ ਕਰਨੀ ਚਾਹੁੰਦਾ। ਉਹਨੇ ਇੱਕ ਦਿਨ ਕਿਸੇ ਮੁਸਲਮਾਨ ਕਾਜ਼ੀ ਦੇ ਕੋਲ ਜਾ ਕੇ ਪੁੱਛ ਕੀਤੀ, ਕਾਜ਼ੀ ਸਾਹਿਬ ਕਿਰਪਾ ਕਰਕੇ ਦੱਸੋ ਕਿ ਮੈਂ ਇੰਨਾ ਅਮੀਰ ਹੋ ਗਿਆ, ਅੱਜ ਤੱਕ ਜਦੋਂ ਵੀ ਕੋਈ ਬੰਦਾ ਪੁੱਛਦਾ ਹੈ ਤੇ ਕਹਿੰਦੇ ਨੇ ਫਲਾਣੇ ਚਮਿਆਰ ਦੀ ਕੋਠੀ ਹੈ। ਮਾਫ ਕਰਿਓ, ਜਾਤ ਪਾਤ ਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇਹ ਜਾਤਾਂ ਪਾਤਾਂ ਦਾ ਕੋੜ ਤਾਂ ਮਨੂ ਦੀ ਸੋਚ ਹੈ, ਵਿਪਰ ਦੀ ਸੋਚ ਹੈ, ਬ੍ਰਾਹਮਣੀ ਸੋਚ ਹੈ, ਜੋ ਸਾਡੇ ਵਿੱਚ ਖਿਲਾਰ ਦਿੱਤੀ ਗਈ, ਵਾੜ ਦਿੱਤੀ ਗਈ, ਜਿਹੜੀ ਕਿ ਤਕਰੀਬਨ ਅੱਜ ਸਾਡੇ ਵਿੱਚ ਬਹੁਤ ਹਾਵੀ ਹੋ ਚੁੱਕੀ ਹੈ। ਖੈਰ ਉਸਨੇ ਅੱਗੋਂ ਉਹਨੂੰ ਆਖਿਆ, ਕਹਿਣ ਲੱਗਾ ਫੇਰ ਕੀ ਕਰਨਾ ਚਾਹੁੰਦਾ? ਉਹ ਕਹਿੰਦਾ ਮੈਂ ਲਾਹਨਤ ਤੇ ਦੂਰ ਕਰਨੀ ਚਾਹੁੰਦਾ। ਉਹ ਕਹਿੰਦਾ ਏਦਾਂ ਕਰ, ਤੂੰ ਸਿੰਘ ਸੱਜ ਜਾ। ਉਹਨੇ ਕੇਸ ਰੱਖੇ, ਦਸਤਾਰ ਬੰਨ੍ਹਣੀ ਸ਼ੁਰੂ ਕਰ ਦਿੱਤੀ, ਅੰਮ੍ਰਿਤਧਾਰੀ ਹੋ ਗਿਆ, ਨੇਮ ਪਲੇਟ ਚੇਂਜ ਕਰ ਦਿੱਤੀ ਗਈ। ਜਦੋਂ ਕੋਈ ਹੁਣ ਅਜਨਬੀ ਗੁਜ਼ਰਦਾ ਤੇ ਉਹ ਸਾਰੀ ਬਸਤੀ ਨੂੰ ਵੇਖ ਕੇ ਤੇ ਉਹਦੀ ਕੋਠੀ ਦੀ ਸ਼ਾਨੋ ਸ਼ੌਕਤ ਨੂੰ ਵੇਖ ਕੇ ਕਹਿੰਦਾ, ਪੁੱਛਦਾ ਹੈ ਇਹ ਕਿਹਦੀ ਕੋਠੀ ਹੈ? ਤੇ ਹੁਣ ਇਹ ਨਹੀਂ ਕਹਿੰਦੇ ਫਲਾਣੀ ਚਮਿਆਰ ਦੀ ਕੋਠੀ ਹੈ, ਹੁਣ ਲੋਕ ਕਹਿੰਦੇ ਫਲਾਣੀ ਸਰਦਾਰ ਦੀ ਕੋਠੀ ਹੈ। ਸਰਦਾਰ ਕਿਉਂ ਗਿਆ? ਤੇ ਮੈਂ ਕੇਵਲ ਇਤਨੀ ਬੇਨਤੀ ਕਰਿਆ ਕਰਦਾ ਕਿ ਗੁਰੂ ਨੇ ਭੋਲਿਓ ਸਾਨੂੰ ਸਰਦਾਰੀਆਂ ਦਿੱਤੀਆਂ ਨੇ। इन गरीब सिखन को दियो पातशाही, ये याद करे हमारी गुरियाई। सानू सतगुरु ने सरदार बनाया, सरदार बन के रहिए। सरदारी तद कायम है जे साडा किरदार रहेगा। किरदार तद बनेगा
जे सरदारां दा सरदार मेरा सच्चा पातशाह शाही शहनशाह धन गुरु ग्रंथ साहिब महाराज साडे श्रद्धा साईं बन के रहणगे, भाव उन्हां दी विचार दे मुताबिक चलांगे। आओ रल मिल के मालिक जी दे पाक चरणां विच अरज़ोई करिए, बेनती करिए, मालिक चरणां दा आसरा बख्शिश कर। अगे अगे दास गावेगा, पिछे पिछे आप जी ने उच्ची आवाज दे विच कृपा करके, दया करके, रहमत करके सारे ने हाजरी भरनी। बड़े प्यार सत्कार नाल आप जी सावधान होकर हाजरी भरो जी। नाम मिले ता जीवा, नानक नाम मिले ता जीवा, नाम मिले ता जीवा, नानक नाम मिले ता जीवा, नाम मिले ता जीवा, सारे जप लो। तन मन जीवे हरिया, तन मन जीवे हरिया, तन मन जीवे हरिया, नाम मिले ता जीवा, नानक नाम मिले ता जीवा, नाम मिले ता जीवा, नानक नाम मिले ता जीवा, नाम मिले ता जीवा, नानक नाम मिले ता जीवा, नाम मिले ता जीवा, नानक नाम मिले ता जीवा, नाम मिले ता जीवा, नानक नाम मिले ता जीवा, नाम मिले ता जीवा, नानक नाम मिले ता जीवा, नाम मिले ता जीवा, नानक नाम मिले ता जीवा, नाम मिले ता जीवा, नानक नाम मिले ता जीवा। सतगुरु जी दया करन, धन गुरु ग्रंथ साहिब महाराज के पाठ करना दे नाल हमेशा जुड़ के रहिए। देहधारी गुरुआं बाबियां पखंडियां आदत का खेड़ा छड़ के केवल ते केवल शब्द ब्रह्म सतगुरु धन धन श्री गुरु ग्रंथ साहिब महाराज के आशिक बन के रहिए। आप सुधरिए और अपने बच्चों धन धन सतगुरु श्री गुरु ग्रंथ साहिब महाराज के पाक चरणों नाल जोड़ के रखिए। इतनियां बेनतियां स्वीकार करनियां जी। पिछले साल भी इसे लड़ी के तहत आप जी के अस्थान से हाजरी भरी सी। धन गुरु ग्रंथ साहिब महाराज का कोटान कोट धन्यवाद और प्रबंधक कमेटी ते धन धन गुरु रूप प्यारे साध संगत जी का धन्यवाद, जिन्होंने दोबारा समा बख्शिया, अपने प्यारे दर्शन दर्शन बख्शिश की। जिंदगी रही फिर आपके दर्शन करने का मौका मिले तो करांगे। इतनी बेनतियां स्वीकार करो। सभी प्यार सत्कार नाल आखो जी वाहिगुरू जी का